ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਲਾਸਟ ਵੀਡੀਓ ਵਿੱਚ ਆਪਾਂ ਪਿਛਲਾ ਜੋ 2364 ਈਟੀਟੀ ਪੇਪਰ ਹੋਇਆ ਸੀ ਉਸ ਦੇ ਜੋ ਮੈਥ ਦੇ ਸਵਾਲ ਸੀ ਉਹ ਆਪਾਂ ਸੋਲਵ ਕੀਤੇ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰਕਲ ਟੌਪਿਕ ਪੜਾਂਗੇ। ਤਾਂ ਸ਼ੁਰੂ ਕਰਦੇ ਹਾਂ। ਤਾਂ ਚੱਕਰ ਕੀ ਹੁੰਦਾ ਹੈ? ਕਿਸੇ ਤਲ ਦੇ ਉੱਪਰ ਉਹਨਾਂ ਸਾਰੇ ਬਿੰਦੂਆਂ ਦਾ ਸਮੂਹ ਹੈ ਜਿਹੜੇ ਕੀ ਹੈ ਇੱਕ ਬਿੰਦੂ ਤੋਂ ਬਰਾਬਰ ਦੂਰੀ ਦੇ ਉੱਤੇ ਹੁੰਦੇ ਆ। ਜਿਵੇਂ ਮੰਨ ਲਓ ਆਪਣੇ ਕੋਲ ਆਹ ਕੋਈ ਵੀ ਇੱਕ ਬਿੰਦੂ ਹੈ, ਤਾਂ ਇਸ ਬਿੰਦੂ ਤੋਂ ਮੰਨ ਲਓ ਮੈਂ ਇੱਕ ਖਾਸ ਦੂਰੀ ਦੇ ਉੱਪਰ ਆਹ ਬਿੰਦੂ ਲੈ ਲਿਆ। ਇਸੇ ਤਰ੍ਹਾਂ ਜਿੰਨੀ ਦੂਰੀ ਇਹ ਹੈ ਓਨੀ ਦੂਰੀ 'ਤੇ ਹੀ ਇੱਧਰ ਕੋਈ ਬਿੰਦੂ ਲੈ ਲਿਆ, ਇੰਨੀ ਦੂਰੀ ਦੇ ਬਰਾਬਰ ਹੀ ਇੱਧਰ ਕੋਈ ਬਿੰਦੂ ਲੈ ਲਿਆ, ਓਨੀ ਦੂਰੀ ਦੇ ਬਰਾਬਰ ਹੀ ਇੱਧਰ ਕੋਈ ਬਿੰਦੂ ਲੈ ਲਿਆ। ਇਸ ਤਰ੍ਹਾਂ ਅਸੀਂ ਇਹਦੇ ਚਾਰ ਚੁਫੇਰੇ ਜਦੋਂ ਪੁਆਇੰਟ ਲਗਾ ਦਾਂਗੇ ਔਰ ਉਹਨਾਂ ਪੁਆਇੰਟਾਂ ਨੂੰ ਆਪਸ ਦੇ ਵਿੱਚ ਮਿਲਾਵਾਂਗੇ ਤਾਂ ਉਹ ਸਾਡਾ ਕੀ ਬਣ ਜਾਂਦਾ, ਇੱਕ ਚੱਕਰ ਬਣ ਜਾਂਦਾ ਹੈ। ਜਿਵੇਂ ਦੇਖੋ ਇੱਥੇ ਮੈਂ ਇਸ ਬਿੰਦੂ ਤੋਂ ਚਾਰ ਚੁਫੇਰੇ ਕੀ ਆ ਉਹਨਾਂ ਪੁਆਇੰਟਾਂ ਨੂੰ ਮਿਲਾਤਾ ਤਾਂ ਇਹ ਸਾਡੇ ਕੋਲੇ ਕੀ ਬਣ ਗਿਆ, ਇੱਕ ਚੱਕਰ ਬਣ ਗਿਆ। ਔਰ ਇਸ ਨੂੰ ਅਸੀਂ ਕੀ ਕਹਿੰਦੇ ਆ, ਚੱਕਰ ਦਾ ਕੇਂਦਰ ਬਿੰਦੂ। ਔਰ ਇਸ ਕੇਂਦਰ ਬਿੰਦੂ ਤੋਂ ਚੱਕਰ ਦੇ ਕਿੱਧਰਲੇ ਪਾਸੇ ਮਰਜ਼ੀ ਅਸੀਂ ਲਾਈਨ ਜੁਆਇਨ ਕਰ ਦਈਏ ਤਾਂ ਇਸ ਰੇਖਾ ਨੂੰ ਅਸੀਂ ਬੋਲਦੇ ਹਾਂ ਅਰਧ ਵਿਆਸ ਯਾਨੀ ਰੇਡੀਅਸ। ਔਰ ਜੇ ਮੰਨ ਲਓ ਅਸੀਂ ਇਹਨੂੰ ਇਸ ਤਰ੍ਹਾਂ ਪੂਰਾ ਹੀ ਜੁਆਇਨ ਕਰਵਾ ਦਈਏ ਤਾਂ ਇਹ ਸਾਡੇ ਕੋਲੇ ਬਣ ਜਾਂਦਾ ਵਿਆਸ ਯਾਨੀ ਡਾਇਆਮੀਟਰ। ਜੇਕਰ ਅਸੀਂ ਚੱਕਰ ਦੇ ਵਿੱਚ ਇਸ ਤਰ੍ਹਾਂ ਕੋਈ ਵੀ ਦੋ ਪੁਆਇੰਟ ਮੈਂਸ਼ਨ ਕਰ ਦਈਏ ਔਰ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦਈਏ ਤਾਂ ਇਸ ਰੇਖਾ ਨੂੰ ਅਸੀਂ ਬੋਲਦੇ ਹਾਂ ਚੱਕਰ ਦੀ ਜੀਵਾ। ਤਾਂ ਦੇਖੋ ਜਿਵੇਂ ਪੁਆਇੰਟ ਤਾਂ ਸਾਡੇ ਕੋਲ ਆ ਵੀ ਦੋ ਹੈ ਔਰ ਇਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਜੁਆਇਨ ਕੀਤਾ ਹੋਇਆ, ਪਰ ਅਸੀਂ ਇਹਨੂੰ ਨਾਮ ਦਿੱਤਾ ਹੋਇਆ ਵਿਆਸ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਰੇਖਾ ਕੇਂਦਰ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ ਉਹ ਕੀ ਹੈ, ਕਿਸੇ ਚੱਕਰ ਦੀ ਵੱਡੀ ਤੋਂ ਵੱਡੀ ਜੀਵਾ ਹੁੰਦੀ ਹੈ। ਮੰਨ ਲਓ ਅਸੀਂ ਇਸ ਚੱਕਰ ਦੇ ਉੱਪਰ ਕੋਈ ਵੀ ਇੱਕ ਬਿੰਦੂ ਲੈ ਲਿਆ ਔਰ ਇਸ ਬਿੰਦੂ ਦੇ ਵਿੱਚ ਦੀ ਅਗਰ ਕੋਈ ਰੇਖਾ ਇਸ ਤਰ੍ਹਾਂ ਛੂਹ ਕੇ ਜਾਊਗੀ ਤਾਂ ਅਸੀਂ ਉਹਨੂੰ ਬੋਲਦੇ ਹੈਗੇ ਆ ਸਪਰਸ਼ ਰੇਖਾ। ਇਸ ਰੇਖਾ ਨੂੰ ਅਸੀਂ ਕੀ ਬੋਲ ਦਿੰਦੇ ਆ, ਸਪਰਸ਼ ਰੇਖਾ ਯਾਨੀ ਟੈਂਜੈਂਟ ਲਾਈਨ। ਔਰ ਜਿਹੜਾ ਇਹ ਪੁਆਇੰਟ ਹੁੰਦਾ ਇਸ ਨੂੰ ਅਸੀਂ ਬੋਲਦੇ ਆ ਸਪਰਸ਼ ਬਿੰਦੂ ਯਾਨੀ ਪੁਆਇੰਟ ਆਫ ਕੰਟੈਕਟ। ਮੰਨ ਲਓ ਅਸੀਂ ਚੱਕਰ ਦੇ ਉੱਪਰ ਕੋਈ ਵੀ ਦੋ ਪੁਆਇੰਟ ਲੈ ਲਏ, ਇੱਕ ਪੁਆਇੰਟ ਨੂੰ ਨਾਮ ਦੇਤਾ A ਔਰ ਇੱਕ ਪੁਆਇੰਟ ਨੂੰ ਨਾਮ ਦੇਤਾ B। ਔਰ ਜੇਕਰ ਕੋਈ ਰੇਖਾ ਇਹਨਾਂ ਪੁਆਇੰਟਾਂ ਦੇ ਵਿੱਚੋਂ ਦੀ ਹੋ ਕੇ ਜਾਵੇ, ਇਹਨੂੰ ਅਸੀਂ ਨਾਮ ਦੇਤਾ ਮੰਨ ਲਓ PQ, ਤਾਂ ਇਸ PQ ਰੇਖਾ ਨੂੰ ਅਸੀਂ ਕੀ ਕਹਿੰਦੇ ਆ, ਇਸ ਚੱਕਰ ਦੀ ਛੇਦਕ ਰੇਖਾ ਯਾਨੀ ਸੀਕੈਂਟ ਲਾਈਨ। ਸੀਕੈਂਟ ਲਾਈਨ। ਤਾਂ ਜਿਹੜਾ ਇਹ ਚੱਕਰ ਦੇ ਉੱਪਰ ਅਸੀਂ ਇੱਕ ਬਿੰਦੂ ਲਿਆ ਸੀ ਤਾਂ ਇਸ ਇੱਕ ਬਿੰਦੂ ਤੋਂ ਸਿਰਫ ਇੱਕ ਹੀ ਸਪਰਸ਼ ਰੇਖਾ ਜਿਹੜੀ ਉਹ ਖਿੱਚੀ ਜਾ ਸਕਦੀ ਹੈ, ਕਿਉਂਕਿ ਹੁਣ ਇਹ ਜਿਹੜਾ ਚੱਕਰ ਹੈਗਾ ਉਹ ਅਲੱਗ-ਅਲੱਗ ਬਿੰਦੂਆਂ ਦਾ ਸਮੂਹ ਹੁੰਦਾ। ਇਸ ਕਰਕੇ ਅਸੀਂ ਕਿਸੇ ਵੀ ਚੱਕਰ ਦੇ ਉੱਪਰ ਜਿਹੜੀਆਂ ਅਣਗਿਣਤ ਸਪਰਸ਼ ਰੇਖਾਵਾਂ ਉਹ ਖਿੱਚ ਸਕਦੇ ਹਾਂ। ਉਸੇ ਤਰ੍ਹਾਂ ਜੇਕਰ ਅਸੀਂ ਚੱਕਰ ਦੇ ਉੱਪਰ ਸਮਾਂਤਰ ਸਪਰਸ਼ ਰੇਖਾਵਾਂ ਦੀ ਗੱਲ ਕਰੀਏ ਤਾਂ ਜਿਵੇਂ ਦੇਖੋ ਅਸੀਂ ਇੱਕ ਸਪਰਸ਼ ਰੇਖਾ ਬਣਾਈ ਹੋਈ ਹੈ, ਤਾਂ ਇੱਥੇ ਵੀ ਕਿਤੇ ਨਾ ਕਿਤੇ ਕੋਈ ਇੱਕ ਬਿੰਦੂ ਐਸਾ ਹੋਊਗਾ ਜਿੱਥੋਂ ਕੀ ਹੈ ਜਿਹੜੀ ਸਪਰਸ਼ ਰੇਖਾ ਇਸ ਤਰ੍ਹਾਂ ਬਣੂਗੀ ਉਹ ਇਹਦੇ ਸਮਾਂਤਰ ਹੋਊਗੀ। ਤਾਂ ਅਸੀਂ ਯਾਦ ਰੱਖਣਾ ਹੈ ਕਿ ਕਿਸੇ ਚੱਕਰ ਦੇ ਉੱਪਰ ਸਮਾਂਤਰ ਸਪਰਸ਼ ਰੇਖਾਵਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਤੋਂ ਵੱਧ ਹੈ ਜਿਹੜੀ 2 ਹੋ ਸਕਦੀ ਹੈ। ਅਤੇ ਜੇ ਅਸੀਂ ਚੱਕਰ ਦੇ ਉੱਪਰ ਇਕੱਲੀਆਂ ਸਪਰਸ਼ ਰੇਖਾਵਾਂ ਦੀ ਗੱਲ ਕਰਾਂਗੇ ਤਾਂ ਸਪਰਸ਼ ਰੇਖਾਵਾਂ ਜਿਹੜੀਆਂ ਕਿਸੇ ਵੀ ਚੱਕਰ ਦੇ ਉੱਪਰ ਅਣਗਿਣਤ ਹੋ ਸਕਦੀਆਂ। ਚੱਕਰ ਦੇ ਨਾਲ ਸੰਬੰਧਿਤ ਸਾਡੇ ਕੋਲੇ ਦੋ ਥਿਊਰਮ ਹੈ। ਉਹਨਾਂ ਵਿੱਚੋਂ ਪਹਿਲੀ ਥਿਊਰਮ ਹੈ ਚੱਕਰ ਦੇ ਕਿਸੇ ਬਿੰਦੂ 'ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਹੋ ਕੇ ਜਾਣ ਵਾਲੇ ਅਰਧ ਵਿਆਸ ਉੱਤੇ ਲੰਬ ਹੁੰਦੀ ਹੈ। ਤਾਂ ਦੇਖੋ ਅਸੀਂ ਇਸ ਥਿਊਰਮ ਦੀ ਸਟੇਟਮੈਂਟ ਲਿਖੀ ਹੈ। ਹੁਣ ਇਸ ਥਿਊਰਮ ਦਾ ਮਤਲਬ ਕੀ ਹੈ? ਮੰਨ ਲਓ ਸਾਡੇ ਕੋਲੇ ਕੋਈ ਵੀ ਆਹ ਇੱਕ ਚੱਕਰ ਹੈ ਔਰ ਚੱਕਰ ਦੇ ਉੱਪਰ ਅਸੀਂ ਕਿਸੇ ਮਰਜ਼ੀ ਪਾਸੇ ਕੋਈ ਵੀ ਇੱਕ ਬਿੰਦੂ ਲੈ ਲੈਣਾ। ਮੰਨ ਲਓ ਅਸੀਂ ਆਹ ਬਿੰਦੂ ਲੈ ਲਿਆ ਔਰ ਇਸ ਬਿੰਦੂ ਦੇ ਉੱਪਰ ਮੰਨ ਲਓ ਆਹ ਸਾਡੀ ਇੱਕ ਸਪਰਸ਼ ਰੇਖਾ। ਤਾਂ ਦੇਖੋ ਕੀ ਲਿਖਿਆ ਹੋਇਆ, ਚੱਕਰ ਦੇ ਕਿਸੇ ਬਿੰਦੂ 'ਤੇ ਸਪਰਸ਼ ਰੇਖਾ। ਜਿਹੜੀ ਇਹ ਸਪਰਸ਼ ਰੇਖਾ ਆਹ ਮੰਨ ਲਓ ਸਾਡਾ ਕੇਂਦਰ ਹੈ ਔਰ ਕੇਂਦਰ ਤੋਂ ਜੇ ਅਸੀਂ ਇਸ ਸਪਰਸ਼ ਬਿੰਦੂ ਨੂੰ ਮਿਲਾ ਦਿੰਦੇ ਹਾਂ ਤਾਂ ਇਹ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ? 90 ਡਿਗਰੀ ਦਾ ਜਿਹੜਾ ਕੋਣ ਆ ਉਹ ਬਣਾਉਂਦਾ ਗਾ। ਤਾਂ ਅਸੀਂ ਇੱਥੋਂ ਇਹ ਚੀਜ਼ ਯਾਦ ਰੱਖਾਂਗੇ ਕਿ ਅਗਰ ਚੱਕਰ ਦੇ ਉੱਪਰ ਕਿਸੇ ਵੀ ਪਾਸੇ ਸਾਡੇ ਕੋਲੇ ਸਪਰਸ਼ ਬਿੰਦੂ ਹੈ
ਔਰ ਜਦੋਂ ਅਸੀਂ ਉਹਨੂੰ ਉਹਦੇ ਕੇਂਦਰ ਨਾਲ ਮਿਲਾ ਦੇਵਾਂਗੇ ਤਾਂ ਉੱਥੇ ਕਿੰਨੇ ਡਿਗਰੀ ਦਾ ਕੋਣ ਬਣੂਗਾ? 90 ਡਿਗਰੀ ਦਾ। ਇਸ ਥਿਊਰਮ ਦਾ ਅਸੀਂ ਯੂਜ਼ ਕਾਫੀ ਸਵਾਲਾਂ ਨੂੰ ਕਰਨ ਦੇ ਵਿੱਚ ਕਰਾਂਗੇ। ਇੱਕ ਇਸੇ ਦੀ ਹੋਰ ਥਿਊਰਮ ਹੈ ਸਾਡੇ ਕੋਲੇ। ਉਹ ਕੀ ਹੈ ਸਾਡੇ ਕੋਲੇ? ਚੱਕਰ ਦੇ ਬਾਹਰ ਸਥਿਤ ਕਿਸੇ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਤਾਂ ਦੇਖੋ ਅਸੀਂ ਸਟੇਟਮੈਂਟ ਲਿਖਤੀ। ਹੁਣ ਇਸ ਦਾ ਮਤਲਬ ਕੀ ਹੈ? ਮੰਨ ਲਓ ਸਾਡੇ ਕੋਲੇ ਆਹ ਇੱਕ ਚੱਕਰ ਹੈ ਔਰ ਇਹਦੇ ਬਾਹਰਲੇ ਪਾਸੇ ਕੋਈ ਵੀ ਇੱਕ ਬਿੰਦੂ ਹੈ। ਆਹ ਮੰਨ ਲਓ ਸਾਡਾ ਕੇਂਦਰ ਹੈ ਔਰ ਇਹ ਮੰਨ ਲਿਆ ਸੀ ਕੋਈ ਵੀ ਇੱਕ ਬਿੰਦੂ ਹੈ, ਇਹਨੂੰ ਨਾਮ ਦੇਤਾ ਅਸੀਂ ਕੋਈ ਵੀ P। ਇਸ P ਬਿੰਦੂ ਤੋਂ ਅਸੀਂ ਚੱਕਰ ਦੇ ਉੱਪਰ ਸਪਰਸ਼ ਰੇਖਾਵਾਂ ਬਣਾਉਣੀਆਂ। ਮੰਨ ਲਓ ਸਾਡੇ ਇੱਕ ਸਪਰਸ਼ ਰੇਖਾ ਇਹ ਹੋ ਗਈ, ਇੱਥੇ ਅਸੀਂ ਨਾਮ ਦੇਤਾ Q, ਔਰ ਇੱਕ ਸਪਰਸ਼ ਰੇਖਾ ਇੱਧਰ ਹੋ ਗਈ, ਇਹਨੂੰ ਨਾਮ ਦੇਤਾ ਅਸੀਂ R। ਤਾਂ ਸਾਡੀਆਂ ਸਪਰਸ਼ ਰੇਖਾਵਾਂ ਦੇਖੋ ਦੋ ਬਣੀਆਂ, ਇੱਕ PR ਤੇ ਇੱਕ PQ। ਤਾਂ ਥਿਊਰਮ ਦੇ ਅਕੋਰਡਿੰਗ ਕੀ ਹੈ ਸਾਡੇ ਕੋਲੇ, ਜਿਹੜੀਆਂ ਇਹ ਸਪਰਸ਼ ਰੇਖਾਵਾਂ ਬਣੀਆਂ ਇਹਨਾਂ ਦੀ ਜੋ ਲੰਬਾਈ ਆ ਉਹ ਬਰਾਬਰ ਹੋਊਗੀ। ਇਸ ਦਾ ਮਤਲਬ ਜਿੰਨੀ ਵੈਲਿਊ PQ ਦੀ ਹੋਊਗੀ ਓਨੀ ਹੀ ਵੈਲਿਊ PR ਦੀ ਹੋਊਗੀ। ਹੁਣ ਆਪਾਂ ਇਹਨਾਂ ਦੇ ਨਾਲ ਰਿਲੇਟਡ ਕੁਝ MCQs ਕਰਦੇ ਹਾਂ। ਤਾਂ ਫਸਟ ਸਟੇਟਮੈਂਟ ਹੈ, ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ? ਤਾਂ ਦੇਖੋ ਆਪਾਂ ਹੁਣੇ ਗੱਲ ਕੀਤੀ ਸੀ ਕਿ ਜਿਹੜਾ ਚੱਕਰ ਹੈ ਉਹ ਕੀ ਹੈ, ਵੱਖ-ਵੱਖ ਬਿੰਦੂਆਂ ਦੇ ਸਮੂਹ ਤੋਂ ਮਿਲ ਕੇ ਬਣਦਾ ਹੈ। ਉਹ ਕੀ ਹੈ, ਕਿਸੇ ਖਾਸ ਬਿੰਦੂ ਤੋਂ ਬਰਾਬਰ ਦੂਰੀ ਤੇ ਹੁੰਦੇ ਆ। ਖਾਸ ਬਿੰਦੂ ਮਤਲਬ ਉਹਦੇ ਕੇਂਦਰ ਤੋਂ ਬਰਾਬਰ ਦੂਰੀ ਤੇ ਹੁੰਦੇ ਆ। ਤਾਂ ਹੁਣ ਦੇਖੋ ਜਿੰਨੇ ਵੀ ਬਿੰਦੂਆਂ ਨੂੰ ਮਿਲਾ ਕੇ ਚੱਕਰ ਬਣਦਾ ਹੈ ਤਾਂ ਹਰੇਕ ਬਿੰਦੂ ਦੇ ਲਈ ਅਸੀਂ ਕੀ ਆ, ਇੱਕ ਸਪਰਸ਼ ਰੇਖਾ ਖਿੱਚ ਸਕਦੇ ਹਾਂ। ਇਸ ਕਰਕੇ ਜਿਹੜੀਆਂ ਚੱਕਰ ਦੀਆਂ ਸਪਰਸ਼ ਰੇਖਾਵਾਂ ਉਹ ਕਿੰਨੀਆਂ ਹੋ ਸਕਦੀਆਂ? ਅਣਗਿਣਤ। ਇਸ ਦਾ ਮਤਲਬ ਜਿਹੜਾ ਸਾਡਾ ਇਹ ਚੌਥਾ ਆਪਸ਼ਨ ਯਾਨੀ D ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਕਿਸੇ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਡੈਸ਼ ਬਿੰਦੂਆਂ ਤੇ ਕੱਟਦੀ ਹੈ। ਤਾਂ ਦੇਖੋ ਆਪਾਂ ਹੁਣੇ ਇੱਕ ਥਿਊਰਮ ਦੀ ਸਟੇਟਮੈਂਟ ਲਿਖੀ ਸੀ। ਤਾਂ ਦੇਖੋ ਅਸੀਂ ਇੱਥੇ ਇੱਕ ਸਪਰਸ਼ ਬਿੰਦੂ ਬਣਾਇਆ ਸੀਗਾ ਔਰ ਇਹ ਇੱਕ ਸਾਡੀ ਸਪਰਸ਼ ਰੇਖਾ ਸੀ। ਤਾਂ ਦੇਖੋ ਸਾਨੂੰ ਕਿਹਾ ਕੀ ਹੋਇਆ ਸੀਗਾ, ਕਿਸੇ ਚੱਕਰ ਦੀ ਸਪਰਸ਼ ਰੇਖਾ ਉਹਨੂੰ ਕਿੰਨੇ ਬਿੰਦੂਆਂ ਤੇ ਕੱਟਦੀ ਹੈ। ਤਾਂ ਦੇਖੋ ਜਿਹੜੀ ਇਹ ਸਪਰਸ਼ ਰੇਖਾ ਸਿਰਫ ਇੱਕ ਬਿੰਦੂ ਨੂੰ ਹੀ ਜਿਹੜਾ ਕੱਟ ਕਰਕੇ ਜਾਂਦੀ ਹੈ। ਇਸ ਕਰਕੇ ਸਾਡਾ ਜਿਹੜਾ ਪਹਿਲਾ ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਚੱਕਰ ਨੂੰ ਦੋ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਕਹਿੰਦੇ ਹਨ। ਤਾਂ ਦੇਖੋ ਅਸੀਂ ਹੁਣੀ ਇਹ ਚੀਜ਼ ਸਮਝੀ ਸੀ। ਇਹ ਸਾਡਾ ਮੰਨ ਲਓ ਕੋਈ ਚੱਕਰ ਹੈ ਔਰ ਇੱਥੇ ਕੋਈ ਵੀ ਪੁਆਇੰਟ ਹੈ, ਮੰਨ ਲਓ A, ਔਰ ਇੱਥੇ ਅਸੀਂ ਮੰਨ ਲਿਆ ਕੋਈ ਵੀ ਪੁਆਇੰਟ ਹੈ B। ਤਾਂ ਇਹਨਾਂ ਪੁਆਇੰਟਾਂ ਨੂੰ ਕੱਟਣ ਵਾਲੀ ਰੇਖਾ ਨੂੰ ਅਸੀਂ ਕੀ ਕਹਿੰਦੇ ਆ? ਛੇਦਕ ਰੇਖਾ। ਯਾਨੀ ਸਾਡਾ ਜਿਹੜਾ C ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ ਚੱਕਰ ਦੀਆਂ ਕਿੰਨੀਆਂ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ? ਤਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਸਮਾਂਤਰ ਸਪਰਸ਼ ਰੇਖਾਵਾਂ ਦੀ ਗਿਣਤੀ ਹੈ ਜਿਹੜੀ ਉਹ ਕਿਸੇ ਚੱਕਰ ਦੇ ਉੱਪਰ 2 ਹੋ ਸਕਦੀ ਹੈ। ਇਸ ਕਰਕੇ ਸਾਡਾ ਜਿਹੜਾ B ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਚੱਕਰ ਅਤੇ ਉਸ ਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਡੈਸ਼ ਕਹਿੰਦੇ ਹਨ। ਤਾਂ ਦੇਖੋ ਮੰਨ ਲਓ ਇਹ ਸਾਡਾ ਹੈਗਾ ਇੱਕ ਚੱਕਰ ਔਰ ਇਹ ਹੋ ਗਈ ਸਾਡੀ ਸਪਰਸ਼ ਰੇਖਾ। ਜਿਹੜਾ ਇਹ ਬਿੰਦੂ ਹੈ ਇਹਨੂੰ ਅਸੀਂ ਕੀ ਕਹਿੰਦੇ ਆ? ਸਪਰਸ਼ ਬਿੰਦੂ, ਜਿੱਥੇ ਕੀ ਹੈ ਇਹ ਸਪਰਸ਼ ਰੇਖਾ ਉਹਨੂੰ ਟੱਚ ਕਰਦੀ ਹੈ। ਤਾਂ ਇਸ ਦਾ ਮਤਲਬ ਜਿਹੜਾ ਸਾਡਾ ਪਹਿਲਾ ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, 5 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਬਿੰਦੂ P ਤੇ ਸਪਰਸ਼ ਰੇਖਾ PQ, ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ ਬਿੰਦੂ Q ਤੇ ਇਸ ਤਰ੍ਹਾਂ ਮਿਲਦੀ ਹੈ ਕਿ OQ ਬਰਾਬਰ 12 ਸੈਂਟੀਮੀਟਰ। ਤਾਂ ਅਸੀਂ ਦੱਸਣਾ PQ ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਹੈ। ਤਾਂ ਦੇਖੋ ਸਾਨੂੰ ਕਿਹਾ ਹੋਇਆ 5 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਚੱਕਰ। ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਚੱਕਰ ਬਣਾ ਲੈਂਦੇ ਹਾਂ। ਇਹ ਉਹਦਾ ਮੰਨ ਲੈਂਦੇ ਹਾਂ ਅਸੀਂ ਕੇਂਦਰ ਹੈ। ਤਾਂ ਹੁਣ ਉਹਨਾਂ ਨੇ ਕੀ ਕਿਹਾ ਹੋਇਆ, ਇੱਕ ਚੱਕਰ ਦੇ ਬਿੰਦੂ P ਤੇ ਸਪਰਸ਼ ਰੇਖਾ PQ। ਤਾਂ ਹੁਣ ਇਹਦੇ ਉੱਪਰ ਕੀ ਆ, ਕੋਈ ਇੱਕ ਬਿੰਦੂ P ਹੈ ਤੇ ਸਪਰਸ਼ ਰੇਖਾ ਕੀ ਹੈ ਸਾਡੇ ਕੋਲੇ PQ। ਆਹ ਮੰਨ ਲਿਆ ਸੀ O ਹੈ ਯਾਨੀ ਸਾਡਾ ਕੇਂਦਰ ਬਿੰਦੂ, ਔਰ ਇਹ ਮੰਨ ਲਿਆ ਇਹਦੇ ਉੱਪਰ ਕੀ ਹੈ ਇੱਕ P ਬਿੰਦੂ ਹੈ। ਤਾਂ ਹੁਣ ਇੱਥੋਂ ਕੀ ਹੈ ਸਾਡੇ ਕੋਲੇ ਇੱਕ Q ਪੁਆਇੰਟ ਤੋਂ ਸਪਰਸ਼ ਰੇਖਾ ਹੈ, ਇਹਨੂੰ ਅਸੀਂ ਮੰਨ ਲਿਆ Q ਪੁਆਇੰਟ, ਔਰ ਸਾਨੂੰ ਨਾਲ ਦੀ ਨਾਲ ਦਿੱਤਾ ਹੋਇਆ ਕਿ OQ ਦੀ ਵੈਲਿਊ ਕਿੰਨੀ ਹੈ 12।
यानी जे असीं इहनूं इस तरह मिला दिंने आ ਤਾਂ ਇਹ O ਤੋਂ ਲੈ ਕੇ Q ਤੱਕ ਦੀ ਵੈਲਿਊ ਸਾਡੇ ਕੋਲੇ ਕਿੰਨੀ ਹੈ 12 ਸੈਂਟੀਮੀਟਰ। ਤਾਂ ਹੁਣ ਦੇਖੋ ਜੇ ਮੈਂ O ਨੂੰ P ਨਾਲ ਮਿਲਾ ਦੇਵਾਂ ਤਾਂ ਇਹ ਸਾਡੇ ਕੋਲੇ ਅਰਧ ਵਿਆਸ ਹੈ, ਸਾਨੂੰ ਇਹ ਕਿਹਾ ਹੋਇਆ ਉਹਨਾਂ ਨੇ 5 ਸੈਂਟੀਮੀਟਰ। ਤਾਂ ਹੁਣ ਆਪਾਂ ਦੱਸਣਾ ਪੀ ਕਿਊ ਦੀ ਜਿਹੜੀ ਵੈਲਿਊ ਉਹ ਕਿੰਨੀ ਹੈ, ਯਾਨੀ ਅਸੀਂ ਇਸ ਸਪਰਸ਼ ਰੇਖਾ ਦੀ ਲੰਬਾਈ ਹੈ ਜੋ ਦੱਸਣੀ ਹੈ। ਤਾਂ ਦੇਖੋ ਆਪਾਂ ਹੁਣੀ ਇੱਕ ਸਟੇਟਮੈਂਟ ਪੜ੍ਹੀ ਸੀਗੀ ਥਿਊਰਮ ਦੀ, ਚੱਕਰ ਦੇ ਕਿਸੇ ਬਿੰਦੂ 'ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਹੋ ਕੇ ਜਾਣ ਵਾਲੇ ਅਰਧ ਵਿਆਸ ਉੱਤੇ ਲੰਬ ਹੁੰਦੀ ਹੈ। ਇਸ ਦਾ ਮਤਲਬ ਕੀ ਹੋਇਆ, ਜੋ ਇਹ ਲਾਈਨ ਹੈ ਇਹ ਇਹਦੇ ਉੱਪਰ ਕਿੰਨੇ ਡਿਗਰੀ ਦਾ ਕੋਣ ਬਣਾਊਗੀ 90 ਡਿਗਰੀ ਦਾ। ਜੇ ਇਹ 90 ਡਿਗਰੀ ਦਾ ਕੋਣ ਬਣਾਊਗੀ ਤਾਂ ਇਹ ਫਿਰ ਸਾਡੇ ਕੋਲੇ ਕੀ ਬਣ ਜੂਗਾ, ਇੱਕ ਸਮਕੋਣ ਤਿਕੋਣ। ਤਾਂ ਦੇਖੋ 90 ਡਿਗਰੀ ਦਾ ਕੋਣ ਇੱਧਰਲੇ ਪਾਸੇ ਬਣ ਰਿਹਾ, ਤਾਂ ਮੈਂ ਇਹਨੂੰ ਇਸ ਤਰ੍ਹਾਂ ਲਿਖ ਲੈਂਦਾ ਇੱਕ ਵਾਰੀ ਤਾਂ ਕਿ ਚੰਗੀ ਤਰ੍ਹਾਂ ਸਮਝ ਲੱਗ ਜੇ। ਦੇਖੋ ਇੱਥੇ 90 ਡਿਗਰੀ ਦਾ ਕੋਣ ਹੈ, ਇਹਨੂੰ ਅਸੀਂ ਲਿਖ ਲਿਆ P। ਇਹ ਹੈਗਾ ਸਾਡਾ O ਪੁਆਇੰਟ ਔਰ ਇਹ ਹੈਗਾ ਸਾਡਾ Q ਪੁਆਇੰਟ। ਤਾਂ OQ ਦੀ ਵੈਲਿਊ ਸਾਡੇ ਕੋਲੇ ਦਿੱਤੀ ਹੋਈ ਆ 12 ਔਰ OP ਦੀ ਵੈਲਿਊ ਦਿੱਤੀ ਹੋਈ ਆ 5। ਤਾਂ ਅਸੀਂ ਦੱਸਣਾ PQ ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਹੈ। ਤਾਂ ਦੇਖੋ ਇਹ ਸਾਡੇ ਕੋਲੇ ਸਮਕੋਣ ਤਿਕੋਣ ਹੈ ਔਰ ਸਮਕੋਣ ਤਿਕੋਣ ਦੇ ਉੱਪਰ ਪਾਇਥਾਗੋਰਸ ਥਿਊਰਮ ਹੈ ਜਿਹੜੀ ਉਹ ਅਪਲਾਈ ਹੁੰਦੀ ਹੈ। ਤਾਂ ਪਾਇਥਾਗੋਰਸ ਥਿਊਰਮ ਕੀ ਚੀਜ਼ ਹੈ, ਕਰਨ ਦਾ ਸਕੁਅਰ। ਤਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇਸ ਲਾਈਨ ਨੂੰ ਅਸੀਂ ਕਰਨ यानी हाइपोटेन्यूज़ कह दिंने आ, यह साडा लंब जिन्हों असी परपेंडिकुलर कह दिंने आ, और यह साडा बेस यानी आधार। तो पाइथागोरस थ्योरम की है, करन दा स्क्वायर यानी OQ दा स्क्वायर बराबर आधार दा स्क्वायर यानी PQ दा स्क्वायर प्लस लंब दा स्क्वायर यानी OP दा स्क्वायर। तो OQ की वैल्यू असी भरांगे 12, तो यह हो जाऊगा 12 का स्क्वायर। PQ असी पता करना, उन्होंने उस तरह ही लिखता, और OP की वैल्यू सानू दी हुई है 5, तो 5 का स्क्वायर। 12 का स्क्वायर करांगे तो 144, PQ असी उस तरह लिख लेना, और 5 का स्क्वायर करांगे तो 25, प्लस का 25 उधर जाके माइनस का हो जाऊगा, और इधर रह जाऊगा साढ़े कोले PQ का स्क्वायर। इन्हां दी घटाओ करांगे तो आ जाऊगा 119, और इधर है साढ़े कोले PQ का स्क्वायर। तो PQ की वैल्यू लभन के लिए असी इधरों पावर 2 हटा के इधर वर्गमूल का निशान लगा देंगे। तो साढ़े कोले PQ की वैल्यू कितनी आ गई, वर्गमूल दे विच 119 सेंटीमीटर। यानी जिहड़ा साडा ये D ऑप्शन है ये बिल्कुल ठीक होगा। इस टाइप का सवाल है जिहड़ा ये मोस्ट इंपॉर्टेंट सवाल है, पेपर दे विच पुछया जा सकता। नैक्सट स्टेटमेंट है, एक बिंदु Q तो एक ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਅਤੇ Q ਦੀ ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਹੈ, ਚੱਕਰ ਦਾ ਅਰਧ ਵਿਆਸ ਹੋਵੇਗਾ। ਤਾਂ ਦੇਖੋ ਸਾਨੂੰ ਕਿਸੇ ਬਿੰਦੂ Q ਤੋਂ ਕੀ ਹੈ, ਚੱਕਰ ਤੇ ਸਪਰਸ਼ ਰੇਖਾ ਦੀ ਜੋ ਲੰਬਾਈ ਹੈ ਉਹ ਕਿੰਨੀ ਦਿੱਤੀ ਹੋਈ ਹੈ 24। ਤਾਂ ਪਹਿਲਾਂ ਅਸੀਂ ਇੱਕ ਚੱਕਰ ਬਣਾ ਲੈਂਦੇ ਹਾਂ, ਔਰ ਇੱਥੇ ਕੀ ਹੈ ਕੋਈ ਵੀ ਇੱਕ ਬਿੰਦੂ Q ਹੈ, और इस बिंदु तो चक्कर ते स्पर्श रेखा की जो लंबाई दी हुई है वो सानू दी हुई है उन्होंने 24 सेंटीमीटर। तो आगे की क्या होया, Q की केंद्र तो दूरी 25 सेंटीमीटर है। असी मान लें भी आ साडा केंद्र बिंदु है, और यदि Q की इस बिंदु तो दूरी सानू कितनी देती 25 सेंटीमीटर, और असी दसना भी यदा अर्ध व्यास कितना होगा, यानी असी आह वाली वैल्यू है जो दसनी है। तो इनू असी O नाम लिख लें, इनू P नाम लिख लें, यानी असी OP की जो वैल्यू है वो पता करनी है। तो देखो फिर ये साडी थ्योरम के अकॉर्डिंग चक्कर दे, तो यह देखो साडी थ्योरम के अकॉर्डिंग यह कोण 90 डिग्री का होगा। इसका मतलब यह साडा लंब हो जू, यह आधार हो जू, और यह कर्ण हो जू। तो पाइथागोरस थ्योरम अप्लाई करांगे तो वह की हुंदा साडे कोले, कर्ण दा स्क्वायर यानी OQ दा स्क्वायर बराबर आधार का स्क्वायर यानी PQ का स्क्वायर प्लस लंब का स्क्वायर यानी OP का स्क्वायर। तो OQ की वैल्यू साढ़े को 25 है तो 25 लिख देंगे, PQ सानू 24 दिता होया तो 24 का स्क्वायर, OP असी पता करना है उन्होंने उस तरह ही लिख लेंगे। तो 25 का स्क्वायर साढ़े को होंदा 625 और 24 का स्क्वायर साढ़े को होंदा 576। OP असी उस तरह लिख लेना है, प्लस का 576 इधर शिफ्ट करांगे
ਤਾਂ ਇਹ ਮਾਈਨਸ ਦਾ ਹੋ ਜਾਊਗਾ ਔਰ ਇੱਧਰ ਰਹਿ ਜਾਊਗਾ ਇਕੱਲਾ OP ਸਕੁਅਰ। ਤਾਂ 625 ਚੋਂ 576 ਘਟਾਵਾਂਗੇ ਤਾਂ ਉਹ ਹੁੰਦਾ 49। ਤਾਂ ਫਿਰ OP ਦੀ ਵੈਲਿਊ ਲੱਭਣ ਦੇ ਲਈ ਅਸੀਂ ਕੀ ਕਰ ਦਾਂਗੇ, 49 ਦੇ ਉੱਪਰ ਵਰਗਮੂਲ ਦਾ ਨਿਸ਼ਾਨ ਲਗਾ ਦਾਂਗੇ ਔਰ 49 ਦਾ ਵਰਗਮੂਲ ਹੁੰਦਾ 7। ਤਾਂ ਇਸ ਦਾ ਮਤਲਬ ਜਿਹੜਾ ਇਹ ਸਾਡਾ ਪਹਿਲਾ ਆਪਸ਼ਨ ਹੈ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਦੋ ਸਮਕੇਂਦਰੀ ਚੱਕਰ ਜਿਨ੍ਹਾਂ ਦੇ ਅਰਧ ਵਿਆਸ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਹਨ, ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਦੱਸੋ ਜੋ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੋਵੇ। ਤਾਂ ਪਿਛਲਾ ਜੋ ਪੇਪਰ ਹੋਇਆ ਸੀ ਉਹਦੇ ਵਿੱਚ ਨਾ ਇਸ ਦੇ ਨਾਲ ਦਾ ਮਿਲਦਾ ਜੁਲਦਾ ਹੀ ਕੁਐਸਚਨ ਸਾਡੇ ਤੋਂ ਪੁੱਛਿਆ ਗਿਆ ਸੀ। ਤਾਂ ਦੇਖੋ ਸਮਕੇਂਦਰੀ ਚੱਕਰਾਂ ਦਾ ਮਤਲਬ ਕੀ ਹੈ, ਜਿਹੜੇ ਚੱਕਰਾਂ ਦਾ ਕੇਂਦਰ ਕੀ ਹੈ, ਸੇਮ ਹੋਵੇ। ਤਾਂ ਅਸੀਂ ਮੰਨ ਲੈਂਦੇ ਹਾਂ ਆਹ ਸਾਡਾ ਇੱਕ ਚੱਕਰ ਹੈ ਜਿਸ ਦਾ ਕੇਂਦਰ ਆਹ ਵਾਲਾ ਹੈ ਔਰ ਇਸੇ ਕੇਂਦਰ ਤੋਂ ਕੀ ਹੈ ਸਾਡੇ ਕੋਲ ਇੱਕ ਚੱਕਰ ਹੋਰ ਬਣਾਇਆ ਗਿਆ। ਤਾਂ ਦੇਖੋ ਹੁਣ ਇਹਨਾਂ ਦੇ ਸਾਨੂੰ ਅਰਧ ਵਿਆਸ ਕਿੰਨੇ ਦੇਤੇ, 5 ਸੈਂਟੀਮੀਟਰ ਤੇ 3 ਸੈਂਟੀਮੀਟਰ। ਦੇਖੋ ਜਿਹੜਾ ਬਾਹਰਲਾ ਚੱਕਰ ਹੈ ਨੈਚੁਰਲੀ ਹੈ ਵੀ ਉਹਦਾ ਅਰਧ ਵਿਆਸ ਵੱਡਾ ਹੋਊਗਾ, ਤਾਂ ਆਹ ਜਿਹੜੀ ਵੈਲਿਊ ਹੈ ਇਹ ਹੈ ਸਾਡੇ ਕੋਲੇ 5 ਸੈਂਟੀਮੀਟਰ ਔਰ ਇਹ ਅਸੀਂ ਮੰਨ ਲੈਂਦੇ ਹਾਂ ਇਹਦੀ ਕੀ ਹੈ, ਜੀਵਾ। ਔਰ ਜਿਹੜਾ ਇਹ ਛੋਟਾ ਚੱਕਰ ਹੈ ਮਤਲਬ ਅੰਦਰ ਵਾਲਾ, ਇਹਦੀ ਸਾਡੇ ਕੋਲੇ ਅਰਧ ਵਿਆਸ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ, 3। ਇਹਨੂੰ ਅਸੀਂ O ਨਾਮ ਦੇਤਾ, ਇਹਨੂੰ A ਨਾਮ ਦੇਤਾ, ਇਹਨੂੰ M ਤੇ ਇਹਨੂੰ B। ਜੇ ਦੇਖੋ ਅਸੀਂ ਇਹਨੂੰ ਇੱਧਰ ਵੀ ਮਿਲਾ ਦਾਂਗੇ ਤਾਂ ਵੀ ਆਹ ਵੈਲਿਊ ਜਿਹੜੀ ਹੈਗੀ ਹੈ ਸਾਡੇ ਕੋਲੇ 5 ਸੈਂਟੀਮੀਟਰ ਹੀ ਹੈ। ਹੁਣ ਅਸੀਂ ਦੱਸਣਾ ਹੈ AB ਦੀ ਵੈਲਿਊ। ਦੇਖੋ ਉਹਨਾਂ ਨੇ ਕੀ ਕਿਹਾ ਹੋਇਆ, ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਦੱਸੋ ਜਿਹੜੀ ਕੀ ਹੈ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ। ਤਾਂ ਦੇਖੋ ਜਿਹੜੀ ਆਹ ਲਾਈਨ ਹੈ ਇਹ ਛੋਟੇ ਨੂੰ ਸਪਰਸ਼ ਕਰ ਰਹੀ ਹੈ ਔਰ ਵੱਡੇ ਦੀ ਇਹ ਕੀ ਹੈ, ਜੀਵਾ। ਯਾਨੀ ਅਸੀਂ AB ਦੀ ਵੈਲਿਊ ਦੱਸਣੀ ਹੈ। ਤਾਂ ਅਸੀਂ ਕੀ ਕਰਾਂਗੇ, AM ਦੀ ਵੈਲਿਊ ਲੱਭ ਲਵਾਂਗੇ। ਜਿੰਨੀ ਵੈਲਿਊ AM ਦੀ ਹੋਊਗੀ ਉਨੀ ਹੀ MB ਦੀ ਹੋਊਗੀ। ਤਾਂ ਇਸ ਕਰਕੇ ਅਸੀਂ AM ਦੀ ਵੈਲਿਊ ਨੂੰ 2 ਨਾਲ ਗੁਣਾ ਕਰ ਦਾਂਗੇ ਤਾਂ ਸਾਡੀ ਉਹ AB ਦੀ ਵੈਲਿਊ ਹੈ ਜਿਹੜੀ ਆ ਜਾਊਗੀ। ਤਾਂ ਦੇਖੋ ਇਹ ਸਾਡੇ ਕੋਲੇ ਕੀ ਹੈ, ਇੱਕ ਸਮਕੋਣ ਤਿਕੋਣ ਹੈ। ਦੇਖੋ ਕਿਵੇਂ, ਆਹ ਸਾਡੇ ਕੋਲੇ ਸਪਰਸ਼ ਰੇਖਾ ਔਰ ਇੱਥੋਂ ਕੀ ਹੈ, ਕੇਂਦਰ ਤੋਂ ਅਸੀਂ ਇਹਨੂੰ ਇਹਦੇ ਨਾਲ ਮਿਲਾਇਆ ਹੋਇਆ। ਇਸ ਦਾ ਮਤਲਬ ਇਹ 90 ਡਿਗਰੀ ਦਾ ਕੋਣ ਹੈ। ਤਾਂ ਇਹ ਸਾਡਾ ਲੰਬ ਹੋ ਜੂ, ਇਹ ਆਧਾਰ ਔਰ ਇਹ ਕਰਨ। ਤਾਂ ਪਾਇਥਾਗੋਰਸ ਥਿਊਰਮ ਅਪਲਾਈ ਕਰਾਂਗੇ ਅਸੀਂ AOM ਤਿਕੋਣ ਦੇ ਉੱਪਰ। ਤਾਂ ਇਹ ਕੀ ਹੋ ਜੂਗਾ, OA ਦਾ ਸਕੁਅਰ ਯਾਨੀ ਕਰਨ ਦਾ ਸਕੁਅਰ ਬਰਾਬਰ ਆਧਾਰ ਦਾ ਸਕੁਅਰ ਯਾਨੀ AM ਦਾ ਸਕੁਅਰ ਪਲੱਸ ਲੰਬ ਦਾ ਸਕੁਅਰ ਯਾਨੀ OM ਦਾ ਸਕੁਅਰ। ਤਾਂ OA ਦੀ ਵੈਲਿਊ ਹੈ ਸਾਡੇ ਕੋਲੇ 5, AM ਦੀ ਵੈਲਿਊ ਅਸੀਂ ਪਤਾ ਕਰਨੀ ਹੈ ਔਰ OM ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 3। 5 ਦਾ ਸਕੁਅਰ 25, AM ਅਸੀਂ ਉਸੇ ਤਰ੍ਹਾਂ ਲਿਖ ਲਿਆ, 3 ਦਾ ਸਕੁਅਰ 9। ਤਾਂ 9 ਨੂੰ ਜਦੋਂ ਇੱਧਰ ਸ਼ਿਫਟ ਕਰਾਂਗੇ ਤਾਂ ਇਹ ਜਾ ਕੇ ਮਾਈਨਸ ਹੋ ਜਾਊਗਾ ਔਰ ਇਹ ਰਹਿ ਜਾਊਗਾ AM ਦਾ ਸਕੁਅਰ। 25 ਚੋਂ 9 ਘਟਾਵਾਂਗੇ ਤਾਂ 16, ਇੱਧਰ ਰਹਿ ਜਾਊਗਾ AM ਦਾ ਸਕੁਅਰ। ਤਾਂ AM ਦੀ ਵੈਲਿਊ ਦੇਖੋ ਸਾਡੇ ਕੋਲੇ ਕਿੰਨੀ ਆ ਜਾਊਗੀ, ਵਰਗਮੂਲ ਦੇ ਵਿੱਚ 16 ਤੇ 16 ਦਾ ਵਰਗਮੂਲ ਸਾਡੇ ਕੋਲੇ ਹੁੰਦਾ 4। ਤਾਂ AM ਦੀ ਵੈਲਿਊ 4 ਆ ਗਈ ਔਰ ਅਸੀਂ ਵੈਲਿਊ ਦੱਸਣੀ ਹੈ AB ਦੀ। ਤਾਂ ਜਿੰਨੀ ਵੈਲਿਊ AM ਦੀ ਆਈ ਹੈ ਉਹਨੂੰ 2 ਨਾਲ ਗੁਣਾ ਕਰ ਦਿਓ ਤਾਂ 2 ਚੌਕੇ ਹੋ ਜਾਊਗਾ 8 ਸੈਂਟੀਮੀਟਰ। ਯਾਨੀ ਸਾਡਾ ਜਿਹੜਾ ਇਹ C ਆਪਸ਼ਨ ਹੈ ਇਹ ਬਿਲਕੁਲ ਠੀਕ ਹੋਊਗਾ। ਉਮੀਦ ਕਰਦਾ ਤੁਹਾਨੂੰ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।